कि जो ਬਹਿਸ ਮਾਮਲੇ ਦੇ ਵਿੱਚ ਹੋਇਆ ਉਹਨਾਂ ਨੂੰ ਪਹਿਲਾਂ ਜਿੱਦਾਂ ਦਿਖਾਇਆ ਗਿਆ ਕਿ ਉਹ ਬਾਰ ਰੂਮ 'ਚ ਆਏ, ਉਹਨਾਂ ਨੂੰ ਫੜਿਆ ਗਿਆ, ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਰਿਹਾਈ ਕਰ ਦਿੱਤੀ ਗਈ। ਸੋ ਇਹ ਸਹੀ ਹੋਇਆ ਐਜ਼ ਏ ਲਾਫੁਲ ਜਾਂ ਮਿਸਯੂਜ਼ ਆਫ ਲਾਅ? ਇਹ ਸਾਡੇ ਲਈ ਬਦਕਿਸਮਤੀ ਹੈ ਕਿ ਸਾਨੂੰ ਜੋ ਪੁਲਿਸ ਰਿਪੋर्ट ਇਹ ਲਿਖਦੀ ਹੈ ਕਿ ਇਹ ਬੰਦੇ ਗੁਨਾਹਗਾਰ ਪਾਏ ਗਏ ਔਰ ਇਹ ਬੇਗੁਨਾਹ ਪਾਏ ਗਏ, ਇਹ ਲਿਖ ਹੀ ਨਹੀਂ ਸਕਦੇ। ਓਕੇ, ਇਹ ਕੰਮ ਹੈ ਜੁਡੀਸ਼ਰੀ ਦਾ। ਮਗਰ ਇਹਨੇ ਇਸ ਬੈਂਸ ਦੇ ਮਾਮਲੇ 'ਚ ਇਨੋਸੈਂਟ ਵਰਡ ਯੂਜ਼ ਕੀਤਾ ਗਿਆ। ਇਨੋਸੈਂਟ ਨਹੀਂ ਹੋ ਸਕਦਾ। ਓਕੇ, ਇਟ ਵਾਸ ਦੀ ਫੰਕਸ਼ਨ ਆਫ ਦਾ ਜੁਡੀਸ਼ਰੀ। ਸੋ ਇਹ ਜਿਹੜਾ ਰਿਪੋਰਟ ਬਣਾਈ ਹੈ ਇਹ ਐਬਸੋਲੂਟਲੀ ਇਲੀਗਲ ਹੈ, ਕੰਟਰੈਰੀ ਟੂ ਲਾਅ ਹੈ। ਪੁਲਿਸ ਅਧਿਕਾਰੀਆਂ ਵੱਲੋਂ ਤੇ ਇਹ ਆਨਲਾਈਨ ਹੋ ਕੇ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਛੱਡਿਆ ਹੈਗਾ ਇਹਨਾਂ ਨੂੰ। ਇਸ ਤਰ੍ਹਾਂ ਦੇ ਗੈਂਗ ਬਣੇ ਨੇ, ਉਹਨਾਂ ਦੀ ਸਪੋਰਟ ਲੈ ਕੇ ਇਹ ਜਿਹੜੇ ਰਿਪਰੈਜ਼ੈਂਟ ਕਰਦੇ ਨੇ, ਇਸ ਦੇ ਨਾਲ ਕੱਲ੍ਹ ਨੂੰ ਲਾਲ ਅਰੈਸਟ ਹੋਣੀ ਹੈ ਪਬਲਿਕ 'ਚ ਔਰ ਇਹ ਜਿਹੜੀ ਹੈ ਕੌਨਸੀਕੁਐਂਸਿਸ ਜਿਹੜੇ ਸਿਵਲ ਵਾਰ ਤੱਕ ਆ ਸਕਦੇ ਆ। ਇਹ ਜਿਹੜਾ ਕਾਨੂੰਨ ਹੈ ਇਹ ਤਾਂ ਛੋਟੇ ਛੋਟੇ ਮੱਛੀਆਂ ਜਿਹੜੀਆਂ ਹੁੰਦੀਆਂ ਨਾ ਜਾਲ 'ਚ, ਉਹਨਾਂ ਵਾਸਤੇ ਬਣਿਆ। ਛੋਟੇ ਛੋਟੇ ਜਿਹੜੇ ਵਿਚਾਰੇ ਗਰੀਬ ਲੋਕ ਨੇ, ਉਹ ਆਮ ਜਨਤਾ ਲਈ, ਹਾਂ, ਉਹਨਾਂ ਵਾਸਤੇ ਕਹਿੰਦੇ ਨੇ। ਜਿਹੜੇ ਤੇ ਵੱਡੇ ਨੇ ਉਹ ਤਾਂ ਜਾਲ ਤੋੜ ਕੇ ਲੰਘ ਜਾਂਦੇ ਆ। 1.5 ਸਾਲ ਤੋਂ 2 ਸਾਲ ਤਾਂ ਮੈਨੂੰ ਦੇਖਦੇ ਹੋ ਗਏ ਹਰੀਸ਼ ਰਾਏ ਢਾਂਡਾ ਵਰਗੇ ਵਕੀਲ ਨੂੰ ਇੱਕ ਕੇਸ ਲੜਦੇ ਹੋਏ ਮਹਿਲਾ ਵਾਲਾ, ਠੀਕ ਹੈ, ਜਿਹਨੂੰ ਪੂਰੀ ਲਾਅ ਦੀ ਨੌਲੇਜ ਹੈ, ਠੀਕ ਹੈ, देयर नो डाउट। ਹਾਂ, ਤੇ ਮਤਲਬ ਔਰ ਬਹੁਤ ਰੁਤਬਾ ਹੈ ਉਸ ਇਨਸਾਨ ਦਾ। ਲੋਕੀ ਇਹ ਕਹਿੰਦੇ ਕਿ ਜਿਹਨੇ ਹਰੀਸ਼ ਰਾਏ ਢਾਂਡਾ ਵਰਗਾ ਵਕੀਲ ਕਰ ਲਿਆ ਅੱਧਾ ਕੇਸ ਉਸੇ ਦਿਨ 'ਚ ਜਾਂਦਾ। ਤੇ ਮੈਂ ਕਹਿੰਦਾ ਕਿ ਜੇ ਉਹੋ ਜਿਹੇ ਬੰਦੇ ਨੂੰ ਇਨਸਾਫ ਨਹੀਂ ਮਿਲ ਰਿਹਾ, ਉਹੋ ਜਿਹਾ ਬੰਦਾ ਕਾਨੂੰਨ ਦੇ ਵਿੱਚ ਗੱਚਾ ਖਾ ਰਿਹਾ। ਇੱਕ ਮਿੰਟ ਸਰ, ਤੇ ਆਮ ਜਨਤਾ ਤਾਂ ਕਿਤੇ ਖੜਦੀ ਹੋਈ ਨਹੀਂ। ਅਸੀਂ ਤਾਂ ਕਾਲਾ ਕੋਟ ਦੇਖ ਕੇ ਤੇ ਪੁਲਿਸ ਦੀ ਵਰਦੀ ਦੇਖ ਕੇ ਹੀ ਡਰ ਜਾਂਦੇ। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਾ ਰਹੇ ਹਾਂ ਜੋ ਕਿ ਐਡਵੋਕੇਟ ਹੋਣ ਦੇ ਨਾਲ ਨਾਲ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਜਿਹੜੇ ਸਾਡੇ ਐਡਵੋਕੇਟਸ ਹੈ, ਯੰਗ ਐਡਵੋਕੇਟਸ ਹੈਗੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਉਹ ਕਲਾਸਿਸ ਵੀ ਦਿੰਦੇ ਆ, ਜਾਂ ਹੋਰ ਬਹੁਤ ਸਾਰੇ, ਜੇ ਗੱਲਬਾਤ ਕਰੀਏ ਲੁਧਿਆਣਾ ਕਾਰਪੋਰੇਸ਼ਨ ਦੇ ਜਾਂ ਹੋਰ PAU ਦੇ ਲੀਗਲ ਜਿਹੜੇ ਐਡਵਾਈਜ਼ਰ ਵੀ ਹੈਗੇ। ਸੋ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਆ। ਸੋ ਗੱਲਬਾਤ ਕਰਦੇ ਹਾਂ ਅੱਜ ਇਹਨਾਂ ਨਾਲ। ਮੁਲਾਕਾਤ ਦਾ ਖਾਸ ਜਿਹੜਾ ਇੱਕ ਕਾਰਨ ਹੈਗਾ ਉਹ ਹੈਗਾ MLA ਸਿਮਰਜੀਤ ਸਿੰਘ ਬੈਂਸ ਦੀ ਰਿਹਾਈ। ਜੀ ਹਾਂ, MLA ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਸੋ ਇਸ ਸਾਰੇ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੈਗੀਆਂ, ਬਹੁਤ ਤਰੀਕੇ ਦੀ ਅਟਕਲਾਂ ਚੱਲ ਰਹੀਆਂ। ਸੋ ਸਾਰੇ ਮਾਮਲੇ ਦੇ ਵਿੱਚ ਇੱਕ ਐਕਸਪਰਟ ਦਾ ਵਿਊ ਲੈਣ ਪਹੁੰਚੇ ਅਸੀਂ ਗੁਰਭਜਨ ਸਿੰਘ ਨਾਗਰ ਜੀ ਨਾਲ। ਸੋ ਗੱਲਬਾਤ ਕਰਦੇ ਹਾਂ ਕਿ ਕੀ ਹੈ ਕਾਨੂੰਨ, ਕੀ ਕਹਿੰਦਾ ਇਹ ਸਾਰੇ ਮਾਮਲੇ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਹੈ ਕਿ ਸਾਡੇ ਜਿਹੜਾ ਸੰਵਿਧਾਨ ਬਣਾਇਆ ਹੈ ਉਸ ਦੇ ਵਿੱਚ ਕੁਝ ਫੰਡਾਮੈਂਟਲ ਰਾਈਟਸ ਪ੍ਰੋਵਾਈਡ ਕੀਤੇ ਨੇ ਸਾਰਿਆਂ ਨੂੰ। ਉਹ ਫੰਡਾਮੈਂਟਲ ਰਾਈਟਸ ਦੇ ਵਿੱਚ ਇੱਕ ਆਰਟੀਕਲ 20, 21 ਤੇ 22 ਜੀ, ਉਹ ਸਾਰਾ ਲੀਗਲ ਨੂੰ ਹੀ ਡੀਲ ਕਰਦਾ ਹੈ ਕਿ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀ ਹੋਵੇ ਜਾਂ ਕੋਈ ਇਲੀਗਲ ਅਰੈਸਟ ਹੋਵੇ ਜਾਂ ਕਿਸੇ ਨੂੰ ਵਿਕਟਮ ਨੂੰ ਪੂਰਾ ਜਸਟਿਸ ਨਾ ਮਿਲੇ, ਉਹ ਸਾਰਾ ਉਹ 'ਚ ਪ੍ਰੋਵਾਈਡ ਹੈ। ਉਹਦੇ ਨਾਲ ਨਾਲ ਸਾਡੇ ਜਿਹੜੀ CRPC ਹੈ ਉਹਦੇ ਵਿੱਚ ਕੁਝ ਹੁਣ ਅਮੈਂਡਮੈਂਟ ਹੋ ਗਈਆਂ ਨੇ। ਸੈਕਸ਼ਨ 41A ਬਣ ਗਿਆ ਜੀ, ਨੋਟਿਸ ਦੇਣਾ ਕਿਵੇਂ ਜਾ ਸਕਦਾ, ਕਿਵੇਂ ਅਰੈਸਟ ਕਰਨਾ 46 ਦੇ ਵਿੱਚ। ਹੁਣ ਜਿਹੜਾ ਕੁਐਸਚਨ ਹੈ ਇਸ ਟਾਈਮ ਉਹ ਹੈ ਕਿ ਇਸ ਨੂੰ ਅਰੈਸਟ ਹੋਣ ਤੋਂ ਬਾਅਦ ਡਿਸਚਾਰਜ ਕਰਨਾ ਜੀ, ਉਹ ਹੈ ਸੈਕਸ਼ਨ 59 CRPC ਦਾ। ਉਹ ਪ੍ਰੋਵਾਈਡ ਇਹ ਲਿਬਰਟੀ ਦਿੰਦਾ ਇਨਵੈਸਟੀਗੇਟਿੰਗ ਆਫਿਸਰ ਨੂੰ ਕਿ ਉਹ ਕਿਸੇ ਵੀ ਮੁਲਜ਼ਮ ਨੂੰ ਅਗਰ ਉਹਨੂੰ ਲੱਗਦਾ ਵੀ ਡਾਊਟ ਹੈ ਉਹਨੂੰ ਡਿਸਚਾਰਜ ਕਰ ਸਕਦਾ ਜੀ। ਮਗਰ ਕੰਡੀਸ਼ਨਲ ਡਿਸਚਾਰਜ ਹੁੰਦਾ ਉਹ ਕਿ ਜਦੋਂ ਤੈਨੂੰ ਦੁਬਾਰਾ ਅਗਰ ਬੁਲਾਇਆ ਗਿਆ ਤਾਂ ਤੇ ਆਉਣਾ ਹੈ। ਉਸ ਦੀ ਇਨਫੋਰਮੇਸ਼ਨ ਵੀ ਜਾਂਦੀ ਹੈ ਕੋਰਟ ਨੂੰ। ਔਰ 169 ਜਿਹੜਾ ਸੈਕਸ਼ਨ ਹੈ ਉਹ ਵੀ ਇਸ ਇਨਵੈਸਟੀਗੇਟਿੰਗ ਅਫਸਰ ਨੂੰ ਪਾਵਰ ਦਿੰਦਾ ਹੈ। ਮਗਰ ਹੁਣ ਜਿਹੜਾ ਸੈਟਲਡ ਲਾਅ ਹੈ ਉਹ ਲਾਅ ਗਾਈਡਲਾਈਨ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਅਦਰ ਵਰਸਸ ਯੂਨੀਅਨ ਆਫ ਇੰਡੀਆ 2006 ਦੇ ਵਿੱਚ। ਉਹਨਾਂ ਦੇ ਵਿੱਚ ਉਹਨਾਂ ਨੇ ਸਾਰਾ ਡਿਸਕਸ ਕੀਤਾ ਹੈ ਕਿ ਇਨਵੈਸਟੀਗੇਟਿੰਗ ਆਫਿਸਰ ਹੈ, ਇਹ ਕਾਂਟ ਬੀ ਏ ਸੋਲ ਜੱਜ, ਹੀ ਕਾਂਟ ਐਕਟ ਆਰਬਿਟਰੇਰੀਲੀ, he has to bring all the facts before the concerned court. Whenever any person is arrested under section 57 CRPC ਦਾ ਉਹਨੂੰ ਕੰਪਲਾਈ ਵਿਦ ਕਰਨਾ ਪਏਗਾ ਕਿ ਮੈਂ ਇਸ ਨੂੰ ਵਿਦਿਨ 24 ਆਵਰ ਦੇ ਵਿੱਚ ਕੋਰਟ 'ਚ ਪੇਸ਼ ਕਰਾਂਗਾ।
ਔਰ ਜੇ ਉਸ ਨੂੰ ਡਿਸਚਾਰਜ ਵੀ ਕਰਨਾ ਹੈ ਤਾਂ ਵੀ ਕੋਰਟ ਦੀ ਪਰਮਿਸ਼ਨ ਦੇ ਅੰਡਰ, ਕੋਰਟ ਦੀ ਬੇਲ ਆਊਟ ਕੀਤਾ ਹੈ ਕਿਸ ਤਰ੍ਹਾਂ ਨਹੀਂ ਕੀਤਾ, ਉਸ ਨੂੰ ਇਨਫੋਰਮੇਸ਼ਨ ਦੇਣੀ ਪਏਗੀ ਜੀ। ਅਗਰ ਇਹ ਗੱਲ ਇੱਕ ਬੰਦੇ ਨੂੰ ਲੌਕਅਪ 'ਚ ਰੱਖ ਕੇ ਅਰੈਸਟ ਕਰਕੇ ਛੱਡਿਆ ਜਾਂਦਾ ਹੈ ਤਾਂ ਇਹ ਅਫੈਂਸ ਹੈ ਜੀ। ਉਹ ਅਫੈਂਸ ਹੈ। ਸੈਕਸ਼ਨ ਜਿਹੜੇ ਨੇ ਇੱਥੋਂ 166A ਅਮੈਂਡ ਹੋ ਗਿਆ ਜੀ। ਉਹਦੇ ਵਿੱਚ ਇਹ ਹੈ ਕਿ ਜੇ ਕੋਈ ਪੁਲਿਸ ਆਫੀਸਰ ਹੈ, ਉਸ ਨੂੰ ਕੋਈ ਇਨਫੋਰਮੇਸ਼ਨ ਆਉਂਦੀ ਇਨਵੈਸਟੀਗੇਸ਼ਨ ਕਰਨ ਦੀ, ਅਗਰ ਉਹ ਨਹੀਂ ਕਰਦਾ FIR ਦਰਜ, ਜਾਂ ਜਿਸ ਨੂੰ ਉਹਨੇ ਐਪਰੀਹੈਂਡ ਕਰਨਾ ਹੈ, ਅਰੈਸਟ ਨਹੀਂ ਕਰਦਾ, ਤਾਂ ਉਸ ਦੇ ਖਿਲਾਫ ਸਿੱਧੀ ਡਾਇਰੈਕਟ ਪ੍ਰੋਸੀਕਿਊਸ਼ਨ ਹੈ। ਫਿਰ 167, ਅਗਰ ਕੋਈ ਆਫੀਸਰ ਗਲਤ ਰਿਕਾਰਡ ਬਣਾ ਦਿੰਦਾ ਕਿਸੇ ਨੂੰ, ਮੁਲਜ਼ਮ ਨੂੰ ਹੈਲਪ ਕਰਨ ਵਾਸਤੇ, ਤਾਂ 167 ਥੱਲੇ ਉਹ ਪਨਿਸ਼ੇਬਲ ਹੈ। IPC ਦੇ ਸੈਕਸ਼ਨ ਨੇ ਇਹ। ਔਰ ਉਹੀ ਜਿਹੜਾ ਪਬਲਿਕ ਰਿਕਾਰਡ 218 IPC ਦੇ ਪਨਿਸ਼ੇਬਲ ਹੈ, ਅਤੇ 221 ਥੱਲੇ ਵੀ ਉਸ ਦੇ ਖਿਲਾਫ ਐਕਸ਼ਨ ਹੁੰਦਾ ਹੈ। 225A IPC ਦਾ ਅਫੈਂਸ ਹੈ। ਇਹ ਅਮੈਂਡ ਕਰ ਦਿੱਤਾ ਵੀ ਇਹ ਸਾਰੇ ਹੀ ਇਹਨਾਂ ਵਾਸਤੇ ਬਣੇ ਨੇ ਕਿ ਅਗਰ ਕੋਈ ਪਬਲਿਕ ਸਰਵੈਂਟ ਲਾਅ ਦੀ ਡਾਇਰੈਕਸ਼ਨ ਨੂੰ ਡਿਸਓਬੇ ਕਰੇ ਔਰ ਉਹ ਫਾਲਸ ਰਿਕਾਰਡ ਤਿਆਰ ਕਰੇ, ਦੈਨ ਹੀ ਕੁਡ ਬੀ ਪ੍ਰੋਸੀਕਿਊਟਡ। ਸੋ ਇਹਦਾ ਹੁਣ ਰੈਮਡੀ ਜਿਹੜੀ ਹੈ ਉਹ ਮੈਂ ਤੁਹਾਨੂੰ ਨੈਕਸਟ ਕੁਐਸਚਨ ਦੱਸਦਾ। ਦੱਸੋ ਸਰ। ਮੈਂ ਇਹ ਪੁੱਛਣਾ ਚਾਹਾਂਗੇ, ਕੁੱਲ ਮਿਲਾ ਕੇ ਜਨਤਾ ਇਹ ਸਮਝਣਾ ਚਾਹੁੰਦੀ ਹੈ, ਕਿਉਂਕਿ ਸਾਨੂੰ ਲਾਅ ਦੀ ਘੱਟ ਸਮਝ ਹੁੰਦੀ ਹੈ, ਇਸੇ ਲਈ ਤੁਹਾਡੇ ਕੋਲ ਆਏ ਹਾਂ, ਕਿ ਜੋ ਬਹਿਸ ਮਾਮਲੇ ਦੇ ਵਿੱਚ ਹੋਇਆ, ਉਹਨਾਂ ਨੂੰ ਪਹਿਲਾਂ ਜਿੱਦਾਂ ਦਿਖਾਇਆ ਗਿਆ ਕਿ ਉਹ ਬਾਰ ਰੂਮ 'ਚ ਆਏ, ਉਹਨਾਂ ਨੂੰ ਫੜਿਆ ਗਿਆ, ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਰਿਹਾਈ ਕਰ ਦਿੱਤੀ ਗਈ। ਸੋ ਇਹ ਸਹੀ ਹੋਇਆ ਐਜ਼ ਏ ਲਾਅਫੁਲ ਜਾਂ ਮਿਸਯੂਜ਼ ਆਫ ਲਾਅ ਹੋਇਆ? ਮੈਂ ਇਸ ਦੇ ਬਾਰੇ ਕਹਾਂਗਾ ਕਿ ਇਟ ਇਜ਼ ਅਨਫੋਰਚੂਨੇਟ, ਸਾਨੂੰ ਹਿੰਦੁਸਤਾਨ ਆਪਣੇ ਲੋਕਾਂ ਨੂੰ ਇਹ ਸਾਡੇ ਲਈ ਬਦਕਿਸਮਤੀ ਹੈ ਕਿ ਸਾਨੂੰ ਜੋ ਪੁਲਿਸ ਰਿਪੋਰਟ ਇਹ ਲਿਖਦੀ ਹੈ ਕਿ ਇਹ ਬੰਦੇ ਗੁਨਾਹਗਾਰ ਪਾਏ ਗਏ ਔਰ ਇਹ ਬੇਗੁਨਾਹ ਪਾਏ ਗਏ, ਇਹ ਲਿਖ ਹੀ ਨਹੀਂ ਸਕਦੇ। ਓਕੇ, ਇਹ ਕੰਮ ਹੈ ਜੁਡੀਸ਼ਰੀ ਦਾ ਜੀ। ਪੁਲਿਸ ਅਫਸਰ ਇਜ਼ ਨਾਟ ਬਾਉਂਡ ਟੂ ਰਾਈਟ ਡਾਊਨ in the public record that this person is found guilty and this person is found innocent. Okay. ਪ੍ਰੋਵੀਜ਼ਨ ਹੀ ਨਹੀਂ ਬਣਿਆ, ਇਹਨਾਂ ਨੂੰ ਇਹ ਪਾਵਰ ਹੀ ਨਹੀਂ ਬਣੀ ਹਾਲ ਤੱਕ। ਓਕੇ, ਉਹ ਕੀ ਲਿਖ ਸਕਦੇ ਹਨ? ਡੈਫੀਸ਼ੈਂਸੀ ਇਨ ਐਵੀਡੈਂਸ। ਠੀਕ ਹੈ ਜੀ, ਕਿ ਇਸ ਬੰਦੇ ਦੇ ਖਿਲਾਫ ਇਹ ਡੈਫੀਸ਼ੈਂਸੀ ਹੈ, ਐਵੀਡੈਂਸ ਪੂਰੀ ਨਹੀਂ ਮਿਲੀ ਜੀ। ਫਿਰ ਉਹ ਸੈਕਸ਼ਨ 59 169 ਆਪਰੇਟ ਹੁੰਦਾ, ਇਨਵੋਕ ਹੁੰਦਾ ਜੀ। ਮਗਰ ਇਹਨੇ ਇਸ ਬਹਿਸ ਦੇ ਮਾਮਲੇ 'ਚ ਇਨੋਸੈਂਟ ਵਰਡ ਯੂਜ਼ ਕੀਤਾ ਗਿਆ। ਇਨੋਸੈਂਟ ਨਹੀਂ ਹੋ ਸਕਦਾ। ਓਕੇ, ਇਟ ਵਾਜ਼ ਦੀ ਫੰਕਸ਼ਨ ਆਫ ਦਾ ਜੁਡੀਸ਼ਰੀ। ਸੋ ਇਹ ਜਿਹੜਾ ਰਿਪੋਰਟ ਬਣਾਈ ਹੈ ਇਹ ਐਬਸੋਲੂਟਲੀ ਇਲੀਗਲ ਹੈ, ਕੰਟਰੈਰੀ ਟੂ ਲਾਅ ਹੈ। ਓਕੇ, ਸੋ ਕੁੱਲ ਮਿਲਾ ਕੇ ਤੁਹਾਡੇ ਹਿਸਾਬ ਨਾਲ ਜੇ ਉਹਨਾਂ ਨੂੰ ਪਹਿਲਾਂ ਅਰੈਸਟ ਕੀਤਾ ਜਾਣਾ, ਲੋਕ ਇਹ ਕਹਿ ਰਹੇ ਕਿ ਉਹਨਾਂ ਨੂੰ ਰਾਊਂਡ ਅਪ ਕੀਤਾ ਸੀਗਾ, ਇੱਦਾਂ ਦੀਆਂ ਗੱਲਾਂ ਆ ਰਹੀਆਂ, ਟੈਕਨੀਕਲ ਵਰਡ ਯੂਜ਼ ਕੀਤੇ ਜਾ ਰਹੇ ਕਿ ਰਾਊਂਡ ਅਪ ਕੀਤਾ ਸੀ, ਅਰੈਸਟ ਨਹੀਂ ਕੀਤਾ ਸੀ ਔਰ ਉਸ ਤੋਂ ਬਾਅਦ ਛੱਡ ਦਿੱਤਾ ਗਿਆ। ਇਹਦੇ 'ਚ ਕੀ ਕਹਿ ਸਕਦੇ? ਇਹ ਦੇਖੋ ਜੀ, ਪਬਲਿਕ ਨੋਟਿਸ ਆਇਆ, ਪੇਪਰ 'ਚ ਆ ਗਿਆ ਜੀ, ਔਰ ਸਾਰੀ ਇਹ ਪਬਲਿਕ ਅਵੇਕਨਿੰਗ ਹੋ ਗਈ ਕਿ ਇਸ ਬੰਦੇ ਨੂੰ ਅਰੈਸਟ ਕੀਤਾ ਜੀ। ਮੋਰਓਵਰ ਅਰੈਸਟ ਦਾ ਮੀਨਿੰਗ, ਅਰੈਸਟ ਦਾ ਮਤਲਬ ਕੀ ਹੁੰਦਾ? ਅਰੈਸਟ ਸੈਕਸ਼ਨ 46 ਵਿੱਚ ਡਿਫਾਈਨ ਕੀਤਾ, ਕਿਸੇ ਨੂੰ ਵੀ ਉਸ ਦੇ ਇੱਕ ਪਲੇਸ ਤੋਂ ਪੁਲਿਸ ਆਪਣੀ ਐਸਕॉर्ट ਦੇ ਵਿੱਚ ਦੂਸਰੀ ਜਗ੍ਹਾ ਲੈ ਕੇ ਜਾਵੇ, ਦੈਟ ਅਮਾਊਂਟਸ ਟੂ ਅਰੈਸਟ। ਓਕੇ, ਉਹਨੂੰ ਰਾਉਂਡ ਅਪ ਨਹੀਂ ਕਿਹਾ ਜਾ ਸਕਦਾ। ਅਰੈਸਟ ਜਾਂ ਦੈਟ ਅਮਾਊਂਟਸ ਟੂ ਅਰੈਸਟ। ਓਕੇ, ਔਰ ਉਹ ਵੀ ਪਬਲਿਕ ਪਲੇਸ ਤੋਂ ਇੰਨੇ ਬੰਦਿਆਂ ਦੇ ਵਿੱਚ। ਨੈਕਸਟ ਡੇ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਕਿ ਅਸੀਂ ਨੂੰ ਅਰੈਸਟ ਕਰ ਲਿਆ ਜੀ, ਅਰੈਸਟ ਕਰ ਲਿਆ। ਜੇ ਪੁਲਿਸ ਇੱਕ ਵਾਰੀ ਅਰੈਸਟ ਕਰ ਲਈ ਹੈ ਤਾਂ ਪੁਲਿਸ ਕੋਲ ਪਾਵਰਾਂ ਹੀ ਨਹੀਂ ਰਹਿੰਦੀਆਂ। ਔਰ ਇਹ ਮੈਟਰ ਹੈ 307 IPC ਦਾ। ਹਾਂਜੀ, ਦੇਖੋ, ਕੰਪਲੇਨੈਂਟ ਜਿਹੜਾ ਵਿਕਟਮ ਹੈ ਉਹਦੇ ਕੋਲ ਦੋ ਰੈਮਡੀਆਂ ਨੇ ਜੀ। ਨੰਬਰ 1 ਸੈਕਸ਼ਨ 3 ਹੈ ਪੁਲਿਸ ਐਕਟ ਜੀ, ਉਹ ਪਾਵਰ ਹੈ ਸੈਕਸ਼ਨ 3 ਨੀਚੇ ਡਿਸਟ੍ਰਿਕਟ ਮੈਜਿਸਟ੍ਰੇਟ, ਜਿਹਨੂੰ ਆਪਾਂ ਡਿਸਟ੍ਰਿਕਟ ਕਮਿਸ਼ਨਰ ਕਹਿੰਦੇ ਹਾਂ ਜੀ, ਉਹ ਸੁਪਰੀਟੈਂਡਿੰਗ ਪਾਵਰਸ ਹੈ। ਕੋਈ ਵੀ ਪੁਲਿਸ ਇਨਵੈਸਟੀਗੇਸ਼ਨ ਹੈ, ਅਗਰ ਉਹ ਇਲੀਗਲ ਹੈ, ਕੰਟਰੈਰੀ ਟੂ ਲਾਅ ਹੈ, ਤਾਂ ਉਸ ਦੇ ਵਿੱਚ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਇੰਟਰਫੀਅਰ ਕਰਕੇ ਆਪਣੀ ਜਿਹੜੀ ਉਹ ਵਿਡਰਾਅ ਕਰ ਸਕਦਾ ਇਨਵੈਸਟੀਗੇਸ਼ਨ ਫਰੋਮ ਦਾ ਪੁਲਿਸ ਜੀ, ਔਰ SDM ਤੋਂ ਵੀ ਇਨਕੁਆਇਰੀ ਕਰਾ ਸਕਦਾ ਜਾਂ ਕਿਸੇ ਹੋਰ ਨੂੰ ਵੀ ਭੇਜ ਸਕਦਾ ਜੀ। ਸੋ ਇਹ ਵਿਕਟਮ ਕੋਲੇ ਰੈਮਡੀ ਹੈ, ਹੀ ਸ਼ੁੱਡ ਅਪਰੋਚ ਦਾ ਡਿਸਟ੍ਰਿਕਟ ਮੈਜਿਸਟ੍ਰੇਟ। ਠੀਕ ਹੈ ਜੀ। ਦੂਸਰੀ ਰੈਮਡੀ ਇਹ ਹੈ, 2008 ਸੁਪਰੀਮ ਕੋਰਟ ਅਵੇਲੇਬਲ ਹੈ ਸਾਡੇ ਕੋਲ, ਉਹਦੇ ਵਿੱਚ ਸੁਪਰੀਮ ਕੋਰਟ ਨੇ ਹੈਲਡ ਕਰ ਦਿੱਤਾ ਕਿ ਜੋ ਇਲਾਕਾ ਮੈਜਿਸਟ੍ਰੇਟ ਹੈ ਔਰ CGM ਹੈ, ਇਹਨਾਂ ਨੂੰ ਇਹ ਪਾਵਰ ਹੈ, ਅਗਰ ਕੋਈ ਪੁਲਿਸ ਨੇ ਗਲਤ ਤਰ੍ਹਾਂ ਤੇ
ਕਿਸੇ ਵੀ ਮੁਲਜ਼ਮ ਨੂੰ ਬੈਨੀਫਿਟ ਦੇ ਦਿੱਤਾ ਔਰ ਵਿਕਟਮ ਨੂੰ ਸੁਣਿਆ ਨਹੀਂ ਗਿਆ ਜਾਂ ਵਿਕਟਮ ਨਾਲ ਧੱਕਾ ਹੋਇਆ ਤਾਂ ਉਹ ਕੰਟੈਂਪਟ ਆਫ ਕੋਰਟ ਦਾ ਪ੍ਰੋਸੀਡਿੰਗ ਵੀ ਸ਼ੁਰੂ ਕਰ ਸਕਦੇ ਆ, ਕੇਸ ਰਜਿਸਟਰ ਦਾ ਵੀ ਆਰਡਰ ਕਰ ਸਕਦੇ ਆ। ਤਾਂ ਇਹਨੂੰ ਇਨਵੈਸਟੀਗੇਸ਼ਨ ਨੂੰ ਮੋਨੀਟਰ ਜਿਹੜੇ ਹੈ ਇਲਾਕਾ ਮੈਜਿਸਟਰੇਟ ਵੀ ਕਰ ਸਕਦਾ ਜੀ। ਥਰਡ ਰੈਮਡੀ ਹੈ ਹਾਈ ਕੋਰਟ, ਉਹਦਾ 482 ਸਾਰਿਆਂ ਨੂੰ ਪਤਾ, 227 ਕਨਸਟੀਟਿਊਸ਼ਨ ਆਫ ਇੰਡੀਆ ਨੀਚੇ ਵੀ ਜਾ ਸਕਦੇ ਆ। ਤੇ ਇਹ 4 ਰੈਮਡੀਆਂ ਹੈ ਉਸਕੋ। ਜਿਵੇਂ ਪੁਲਿਸ ਅਧਿਕਾਰੀਆਂ ਵੱਲੋਂ ਤੇ ਇਹ ਆਨਲਾਈਨ ਹੋ ਕੇ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਛੱਡਿਆ ਹੈਗਾ ਇਹਨਾਂ ਨੂੰ, ਸੋ ਉਹਦੇ ਵਿੱਚ ਤੁਸੀਂ ਉਹਦੇ ਅਗੇਂਸਟ ਇਹ ਜਿਹੜਾ ਵਿਕਟਮ ਹੈ ਉਹ ਆਪਣੀ ਵੌਇਸ ਰੇਜ਼ ਕਰ ਸਕਦਾ ਹੈ ਬਿਫੋਰ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਜੀ। ਮੈਂ ਇਹ ਪੁੱਛਣਾ ਚਾਹਾਂਗਾ ਸਰ, ਜਿਵੇਂ ਆ ਰੇਪ ਮਾਮਲੇ ਦੇ ਵਿੱਚ, ਰੇਪ ਪੀੜਿਤਾ ਮਾਮਲੇ ਦੇ ਵਿੱਚ ਲਗਾਤਾਰ ਕਿੰਨੇ ਦੇਰ ਤੋਂ ਮੈਨੂੰ ਲੱਗਦਾ ਹੈ ਐਡਵੋਕੇਟ ਹਰੀਸ਼ ਰਾਏ ਟਾਂਡਾ ਵਰਗੇ ਇੱਕ ਸੀਨੀਅਰ ਐਡਵੋਕੇਟ ਲੱਗੇ ਹੋਏ ਆ ਔਰ ਮਤਲਬ ਨਾ ਤਾਂ ਗ੍ਰਿਫਤਾਰੀ ਪੈ ਰਹੀ ਹੈ ਔਰ ਲਗਾਤਾਰ ਜੇ ਕਿਹਾ ਜਾਏ ਤੇ ਨਾਨ ਬੇਲੇਬਲ ਵਾਰੰਟ ਤੱਕ ਨਿਕਲੇ, ਸਭ ਕੁਝ ਹੋਇਆ। ਤੇ ਇਹਦੇ ਸਾਰਿਆਂ ਨਾਲ ਮਤਲਬ ਪੁਲਿਸ ਦੀ ਜਿਹੜੀ ਕਾਰਜਸ਼ੈਲੀ ਹੈਗੀ ਹੈ ਤੇ ਇੱਕ ਵਿਕਟਮ ਨੂੰ ਇਨਸਾਫ ਨਾ ਮਿਲਣਾ ਜਾਂ ਉਹਦੀ ਗੱਲ ਨਾ ਸੁਣਨਾ, ਦੂਜੇ ਪਾਸੇ ਐਮਐਲਏ ਕਿਹਾ ਜਾ ਰਿਹਾ ਕਿ ਐਮਐਲਏ ਨੂੰ ਇੱਦਾਂ ਸਿੱਧਾ ਪਬਲਿਕ ਰਿਪਰੈਜ਼ੈਂਟੇਟਿਵ ਨੂੰ ਇੱਦਾਂ ਸਿੱਧਾ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਮਾਮਲਿਆਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ? ਮੇਰੇ ਕਹਿ ਰਿਹਾ ਨਾ ਜੀ ਕਿ ਇਹਦੇ ਚ ਰੈਮਡੀ ਪ੍ਰੋਵਾਈਡਡ ਹੈਗੀ ਹੈ 166A ਜੀ ਠੀਕ ਹੈ, ਉਹ ਸੀਆਰਪੀਸੀ ਉਹ ਆਈਪੀਸੀ ਦਾ ਬਣਦਾ ਕੇਸ ਇਹਨਾਂ ਤੇ। ਉਹਦੇ ਨੀਚੇ ਇਹਨਾਂ ਨੂੰ 156 ਪ੍ਰੋਵੀਜ਼ਨ 3rd ਸੀਆਰਪੀਸੀ ਥੱਲੇ ਕੋਰਟ ਇਲਾਕਾ ਮੈਜਿਸਟਰੇਟ ਦੇ ਐਪਲੀਕੇਸ਼ਨ ਦੇ ਸਕਦੇ ਆ ਕਿ ਇਹ FIR ਦਰਜ ਕੀਤੀ ਜਾਵੇ ਅਗੇਂਸਟ ਦਾ ਇਨਵੈਸਟੀਗੇਟਿੰਗ ਆਫੀਸਰ ਜਿਹੜਾ ਕਿ ਅਰੈਸਟ ਨਹੀਂ ਕਰ ਰਿਹਾ। ਉਹ ਕਿਉਂਕਿ ਹੁਣ ਇਸ ਕੇਸ ਦਾ ਪਤਾ ਲੱਗਿਆ ਵੀ ਸੁਪਰੀਮ ਕੋਰਟ ਨੇ ਸਟੇ ਕੀਤਾ ਹੈ, ਹੁਣ ਤਾਂ ਹੋ ਹੀ ਨਹੀਂ ਸਕਦਾ। ਅਗਰ ਸੁਪਰੀਮ ਕੋਰਟ ਤੋਂ ਸਟੇ ਵਕੇਟ ਹੋ ਜਾਂਦਾ, ਆਨਰੇਬਲ ਸੁਪਰੀਮ ਕੋਰਟ ਵਕੇਟ ਕਰ ਦਿੰਦੀ ਹੈ, ਫਿਰ ਦੇ ਪੁਲਿਸ ਜਾ ਸਕਦੇ ਆ ਔਰ ਇਹਦੇ ਰੈਮਡੀ ਇਲਾਕਾ ਮੈਜਿਸਟਰੇਟ ਕੋਲ ਮਿਲ ਸਕਦੀ ਹੈ। ਇਲਾਕਾ ਮੈਜਿਸਟਰੇਟ 159 ਸੀਆਰਪੀਸੀ ਵਾਲੇ ਉਹਨੂੰ ਪੂਰੀਆਂ ਪਾਵਰਾਂ ਨੇ ਮੋਨੀਟਰ ਕਰ ਸਕਦਾ ਹੈ। ਸੋ ਕੁੱਲ ਮਿਲਾ ਕੇ ਹੁਣ ਇਹ ਪੂਰੇ ਕੇਸ ਦੇ ਵਿੱਚ ਕੀ ਗਲਤ ਹੋਇਆ, ਕੀ ਸਹੀ ਹੋਇਆ, ਥੋੜਾ ਜਿਹਾ ਇਹ ਦੱਸੋ। ਦੇਖੋ ਜੀ, ਗੱਲ ਇੱਦਾਂ ਹੈ ਕਿ ਅਨਫੋਰਚੂਨੇਟ ਹੈ ਜਿੱਥੇ ਲਾਅ ਮੇਕਰਸ ਆਣ, ਇਹਨਾਂ ਨੂੰ ਆਪਾਂ ਲਾਅ ਮੇਕਰਸ ਕਹਿੰਦੇ ਹਾਂ, ਜਿੰਨੇ ਸਾਡੇ ਲੈਜਿਸਲੇਟਿਵ ਮੈਂਬਰ ਬਣਦੇ ਨੇ, ਅਗਰ ਲਾਅ ਮੇਕਰ ਦੀ ਲਾਅ ਬ੍ਰੇਕਰ ਬਣ ਜਾਏ ਜੀ ਅਨਲਾ, ਫਿਰ ਤਾਂ ਉਹ ਕੀ ਹੋਏਗਾ? ਪਬਲਿਕ ਦੇ ਵਿੱਚ ਦੇ ਆਰ ਰਿਪਰੈਜ਼ੈਂਟੇਟਿਵ ਆਫ ਦਾ ਪਬਲਿਕ। ਇਹਨਾਂ ਦਾ ਇੱਕ ਇਮੇਜ ਐਸਾ ਹੋਣਾ ਚਾਹੀਦਾ ਹੈ ਕਿ ਇਹਨਾਂ ਨੂੰ ਅਸੀਂ ਲੋਕ, ਸਾਡੀ ਜਨਰੇਸ਼ਨ ਹੈ ਉਹ ਫੋਲੋ ਕਰਦੀ ਹੈ। ਬਿਲਕੁਲ ਠੀਕ ਹੈ। ਤਾਂ ਉਹ ਇਸ ਤਰੀਕੇ ਦਾ ਇਹਨਾਂ ਨੂੰ ਐਕਟ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਅੱਛਾ ਪ੍ਰਭਾਵ ਪਵੇ ਔਰ ਸਾਡੀ ਰਿਪਰੈਜ਼ੈਂਟੇਸ਼ਨ ਹੈ ਅੱਛੀ ਤਰੀਕੇ ਨਾਲ ਕਰ ਸਕਣ, ਸਾਡੇ ਗ੍ਰੀਵੈਂਸਿਸ ਜਿਹੜੇ ਹੈ ਉਹਨਾਂ ਨੂੰ ਐਡਰੈਸ ਕਰ ਸਕਣ। ਮਗਰ ਅੱਜ ਕੱਲ੍ਹ ਇਹ ਨਹੀਂ ਹੋ ਰਿਹਾ। ਸੋ ਇਹ ਆਪਣੇ ਪਰਸਨਲ ਬੈਨੀਫਿਟਸ ਵਾਸਤੇ ਪਰਸਨਲ ਇਹਨਾਂ ਦੇ ਹੁੰਦੇ ਆ ਸਾਰੇ ਹੀ, ਉਹ ਪਰਸਨਲ ਨੂੰ ਅੱਗੇ ਰੱਖਦੇ ਆ, ਪਬਲਿਕ ਨੂੰ ਤਾਂ ਬਹੁਤ ਘੱਟ ਅੱਗੇ ਰੱਖਦੇ, ਪਬਲਿਕ ਨੂੰ ਰਿਪਰੈਜ਼ੈਂਟ ਹੀ ਨਹੀਂ ਕਰਦੇ। ਸੋ ਮੇਰਾ ਤਾਂ ਇਹ, ਮੈਂ ਆਈ ਐਮ ਆਫ ਦਾ ਵੀ, ਮੇਰੀ ਕਿਸੇ ਪਾਰਟੀ ਨੇ ਐਪਲੀਕੇਸ਼ਨ ਨਹੀਂ ਹੈ, ਮੈਂ ਕੋਈ ਨਹੀਂ, ਮੇਰੇ ਤੋਂ ਤੁਸੀਂ ਲਾਅ ਦੇ ਬਾਰੇ ਪੁੱਛਿਆ, ਲਾਅ ਦੇ ਬਾਰੇ ਦੱਸਦਾ ਮੈਂ। ਮਗਰ ਮੈਂ ਇਹ ਦੇਖ ਰਿਹਾ ਕਿ ਸਾਨੂੰ ਆਜ਼ਾਦੀ ਜਿਹੜੀ ਮਿਲੀ ਹੈ ਉਹ ਅਸੀਂ ਇਹ ਸਮਝਦੇ ਬੜੀ ਸਸਤੀ ਮਿਲ ਗਈ। ਓਕੇ, ਵੀ ਆਰ ਮੇਕਿੰਗ ਨਾਟ ਦਾ ਯੂਜ਼ ਆਫ ਦੀ ਇੰਡੀਪੈਂਡੈਂਸ, ਜਿੱਥੇ ਸਾਡੇ ਇੰਨੇ ਲੋਕਾਂ ਨੇ ਸੈਕਰੀਫਾਈਸ ਕੀਤਾ, ਇੰਨੇ ਸਾਨੂੰ ਆਜ਼ਾਦੀ ਦਵਾਈ, ਮਗਰ ਇਹ ਲੋਕਾਂ ਨੇ ਉਸ ਆਜ਼ਾਦੀ ਨੂੰ ਜਿਹੜਾ ਹੈ ਮਿਸਯੂਜ਼ ਹੀ ਕੀਤਾ ਔਰ ਇਹ ਸਹੀ ਨਹੀਂ ਕਰ ਰਹੇ। ਇਹ ਜਿਹੜੇ ਕਿ ਮੈਂ ਕਹਿੰਦਾ ਕਿ ਜਿੰਨੇ ਵੀ ਲੈਜਿਸਲੇਚਰ ਦੇ MLA ਵਗੈਰਾ ਜਿੰਨੇ MP ਬਣਦੇ ਨੇ, ਇਹ ਇੱਕ ਤਾਂ ਲਿਟਰੇਟ ਹੋਣੇ ਚਾਹੀਦੇ, ਇਲਿਟਰੇਟ ਨਹੀਂ ਹੋਣੇ ਚਾਹੀਦੇ। ਔਰ ਜਿਹੜਾ ਇਹ ਪਬਲਿਕ ਦੇ ਵਿੱਚ ਚੱਲ ਗਿਆ ਕੰਮ ਕਿ ਜੀ ਅਸੀਂ ਇੱਕ ਧਰਮ ਨੂੰ ਅੱਗੇ ਰੱਖ ਕੇ ਜਾਂ ਇੱਕ ਇੰਡੀਵਿਜੂਅਲ ਗਰੁੱਪ ਨੂੰ ਅੱਗੇ ਰੱਖ ਕੇ ਜਾਂ ਇਸ ਤਰ੍ਹਾਂ ਦੇ ਗੈਂਗ ਬਣੇ ਨੇ, ਉਹਨਾਂ ਦੀ ਸਪੋਰਟ ਲੈ ਕੇ ਇਹ ਜਿਹੜੇ ਰਿਪਰੈਜ਼ੈਂਟ ਕਰਦੇ ਨੇ, ਇਸ ਦੇ ਨਾਲ ਕੱਲ੍ਹ ਨੂੰ ਲਾਲ ਲੈਨੈਸਟ ਹੋਣੀ ਹੈ ਪਬਲਿਕ 'ਚ ਔਰ ਇਹ ਜਿਹੜੀ ਹੈ ਕੌਨਸੀਕੁਐਂਸਿਸ ਜਿਹੜੇ ਸਿਵਲ ਵਾਰ ਤੱਕ ਆ ਸਕਦੇ ਆ। ਸੋ ਪਬਲਿਕ ਨੂੰ ਅਵੇਕਨ ਹੋਣਾ ਚਾਹੀਦਾ, ਸਹੀ ਬੰਦਿਆਂ ਦੀ ਇਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ, ਸਹੀ ਬੰਦੇ ਅੱਗੇ ਆਉਣੇ ਚਾਹੀਦੇ ਹੈ। ਜਿਸ ਬੰਦੇ ਦਾ ਅਗਰ ਇਸ ਤਰ੍ਹਾਂ ਦੇ ਹੈਗਾ ਬੈਕਗਰਾਊਂਡ, ਕ੍ਰਿਮੀਨਲ ਐਕਟੀਵਿਟੀਜ਼ ਦੀ ਬੈਕਗਰਾਊਂਡ ਹੈ, ਹੀ ਸ਼ੁੱਡ ਬੀ ਡਿਸਕਰਸਡ, ਐਨੀਬੋਡੀ, ਐਨੀ ਪਾਰਟੀ ਦਾ ਮੈਂਬਰ। ਇਹ ਨਹੀਂ ਮੈਂ ਕਹਿ ਰਿਹਾ। ਮੈਂ ਜਿਵੇਂ ਇੱਥੇ ਇੱਕ ਗੱਲ ਐਡ ਕਰਨਾ ਚਾਹਾਂਗਾ, ਅੱਜ ਕੱਲ੍ਹ ਇੰਡੀਆ 'ਚ ਇਹ ਵੀ ਬੜਾ ਸਸਤਾ ਹੋ ਗਿਆ ਹੈ ਕਿ ਕੋਈ ਵੀ ਚੱਕ ਕੇ ਕਿਸੇ 'ਤੇ ਵੀ ਆਰੋਪ ਲਗਾ ਦਿੰਦਾ ਹੈ ਤੇ ਕਿਸੇ 'ਤੇ ਵੀ ਕਰੈਕਟਰ ਨੂੰ ਦਾਗਦਾਰ ਕਰ ਦਿੱਤਾ ਜਾਂਦਾ ਹੈ। ਹੁਣ ਮੈਂ ਉਹੀ ਪੁੱਛਣਾ ਚਾਹੁੰਦਾ, ਹੁਣ ਲੈਟਸ ਸੇ ਕੱਲ੍ਹ ਨੂੰ ਇਹ ਕਹਿ ਦੇਣ ਕਿ ਭਾਈ ਮੈਂ ਤਾਂ ਕੁਛ ਨਹੀਂ ਕੀਤਾ, ਮੈਂ ਤਾਂ ਇਨੋਸੈਂਟ ਹਾਂ, ਮੇਰੇ 'ਤੇ 10 ਵਾਰੀ, ਉਹ ਕਹਿੰਦੇ ਅੱਜ ਕੱਲ੍ਹ ਤਾਂ 10 ਵਾਰੀ ਜ਼ੋਰ ਦੀ ਝੂਠ ਬੋਲ ਦੋ ਤਾਂ ਵੀ ਉਹ ਸੱਚ ਬਣ ਜਾਂਦਾ। ਸੋ ਇਹਦੇ 'ਚ ਬੰਦਾ, ਇੱਕ ਇਨੋਸੈਂਟ ਬੰਦਾ ਵੀ ਤਾਂ ਟਰੈਪ ਹੋ ਸਕਦਾ। ਬਿਲਕੁਲ ਹੋ ਸਕਦਾ, ਮਿਸਯੂਜ਼ ਹੁੰਦੇ ਨੇ ਜੀ। ਤਾਂ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਇਨ ਏ ਪਰਟੀਕੂਲਰ ਏਰੀਆ
possibility can't be ruled out. The innocent persons are being involved जी in false cases. जी It is the verdict of the Honorable Supreme Court. जी So a possibility can't be ruled out. But who will check? जी It is the function of the district administration. जी It is the function of the police जी to act fairly and ensure fair investigation. ਸੋ ਅੱਜ ਇਹੋ ਜਿਹੇ ਮਾਮਲੇ ਦੇ ਵਿੱਚ ਐਦਾਂ ਦੇ ਫੈਸਲੇ ਹੋਣਾ, ਐਦਾਂ ਦੇ ਜਿਹੜੇ ਕਹਿ ਲਓ ਕਿ ਸਵੇਰੇ ਗ੍ਰਿਫਤਾਰ ਹੋਣਾ, ਸ਼ਾਮੀ ਛੱਡ ਦਿੱਤਾ ਜਾਣਾ, ਇਹ ਸਾਰਿਆਂ ਦੇ ਨਾਲ ਪਬਲਿਕ ਤੇ ਕੀ ਇੰਪ੍ਰੈਸ਼ਨ ਜਾ ਰਿਹਾ, ਪਬਲਿਕ ਦੇ ਵਿੱਚ ਲਾਅ, ਪੁਲਿਸ, ਇਹ ਸਾਰਿਆਂ ਨੂੰ ਲੈ ਕੇ ਕਿੱਦਾਂ ਦੀ ਛਵੀ ਜਾ ਰਹੀ ਹੈ? ਇਹ ਤਾਂ ਬਹੁਤ ਗਲਤ ਹੈ ਜੀ। ਕਹਿੰਦੇ ਨਾ ਵੀ ਕਿਸੇ ਨੇ ਸੈਂਟ ਨੇ ਕਿਹਾ ਗੱਲ ਇਹ ਕਿ ਜਿਹੜਾ ਕਾਨੂੰਨ ਹੈ ਇਹ ਤਾਂ ਛੋਟੇ ਮੱਛੀਆਂ ਜਿਹੜੀਆਂ ਹੁੰਦੀਆਂ ਨਾ ਜਾਲ 'ਚ, ਜੀ ਉਹਨਾਂ ਵਾਸਤੇ ਬਣਿਆ। ਜੀ ਛੋਟੇ ਜਿਹੜੇ ਵਿਚਾਰੇ ਗਰੀਬ ਲੋਕ ਨੇ, ਉਹ ਆਮ ਜਨਤਾ ਲਈ, ਹਾਂ, ਉਹਨਾਂ ਵਾਸਤੇ ਕਹਿੰਦੇ ਨੇ। ਜਿਹੜੇ ਤਾਂ ਵੱਡੇ ਨੇ ਉਹ ਤਾਂ ਜਾਲ ਤੋੜ ਕੇ ਲੰਘ ਜਾਂਦੇ ਆ। ਇਹ ਤੁਹਾਡੇ ਸਾਹਮਣੇ ਹੁਣ ਪਤਾ ਹੀ ਲੱਗਿਆ, ਜਾਲ ਉਹਨਾਂ ਲਈ ਤਾਂ ਜਾਲ ਹੀ ਟੁੱਟ ਜਾਂਦਾ। ਸੋ ਇਹਦਾ ਹੱਲ ਕੀ ਹੈ ਸਰ? ਇਹਦਾ ਹੱਲ ਇਹ ਹੈ ਕਿ ਤੁਹਾਨੂੰ ਪਬਲਿਕ ਨੂੰ ਇਹ ਵੇਖਣ ਹੋਣੀ ਚਾਹੀਦੀ ਹੈ ਕਿ ਕਿਹੜੀ ਰੈਮਡੀ ਕਿੱਥੇ ਮਿਲਣੀ ਹੈ ਸਾਨੂੰ, ਜੀ ਕਿੱਥੇ ਅਸੀਂ ਜਾ ਸਕਦੇ ਹਾਂ। ਜੀ ਸੋ ਇਹ ਮੀਡੀਆ ਦਾ ਰੋਲ ਹੈ ਬਹੁਤ ਵੱਡਾ। ਜੀ ਅਗਰ ਮੀਡੀਆ ਇਸ ਦੇ ਚਾਹੁੰਦਾ ਤਾਂ ਅਸੀਂ ਹੈਲਪ ਕਰਨ ਨੂੰ ਤਿਆਰ ਹਾਂ। ਅਸੀਂ ਪਬਲਿਕ ਨੂੰ ਵੇਕਨ ਕਰਾਂਗੇ ਔਰ ਦੱਸਾਂਗੇ ਉਹਨਾਂ ਦਾ ਰਾਈਟ ਕਿੱਦਾਂ ਬਣਦਾ। ਹੁਣ ਤਾਂ ਜਿਵੇਂ ਹਿਊਮਨ ਰਾਈਟਸ ਕਮਿਸ਼ਨ ਬਣ ਗਏ ਆ, ਜੀ ਅਪ ਟੂ ਸੁਪਰੀਮ ਕੋਰਟ ਤੱਕ ਚਲੇ ਗਏ ਆ। ਫਿਰ ਇੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਹੈ, ਹੀ ਇਜ਼ ਰਿਪਰੈਜ਼ੈਂਟਿੰਗ ਦਾ ਸਟੇਟ ਗਵਰਨਮੈਂਟ, ਰਿਪਰੈਜ਼ੈਂਟਿੰਗ ਦਾ ਗਵਰਨਰ ਜੀ ਡਿਸਟ੍ਰਿਕਟ ਲੈਵਲ ਤੇ। ਅਗਰ ਸਟੇਟ ਲੈਵਲ ਤੇ ਤਾਂ ਗਵਰਨਰ ਹੀ ਆ, ਉਸ ਤੋਂ ਉੱਪਰ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਇਹ ਜਿਹੜੀ ਲੈਜਿਸਲੇਟਿਵ ਜਿਹੜੀਆਂ ਕੌਂਸਲਸ ਹੁੰਦੀਆਂ ਨੇ, ਇਹ ਤਾਂ ਸਿਰਫ ਐਡਵਾਈਜ਼ਰੀ ਬਾਡੀਜ਼ ਹੈ। 1.5 ਸਾਲ ਤੋਂ 2 ਸਾਲ ਤਾਂ ਮੈਨੂੰ ਦੇਖਦੇ ਹੋ ਗਏ ਹਰੀਸ਼ ਰਾਏ ਢਾਂਡਾ ਵਰਗੇ ਵਕੀਲ ਨੂੰ ਇੱਕ ਕੇਸ ਲੜਦੇ ਹੋਏ ਮਹਿਲਾ ਵਾਲਾ, ਠੀਕ ਹੈ, ਜਿਹਨੂੰ ਪੂਰੀ ਲਾਅ ਦੀ ਨੌਲੇਜ ਹੈ, ਠੀਕ ਹੈ, देयर नो डाउट। ਹਾਂ, ਤੇ ਮਤਲਬ ਔਰ ਬਹੁਤ ਰੁਤਬਾ ਹੈ ਉਸ ਇਨਸਾਨ ਦਾ। ਲੋਕੀ ਇਹ ਕਹਿੰਦੇ ਕਿ ਜਿਹਨੇ ਹਰੀਸ਼ ਰਾਏ ਢਾਂਡਾ ਵਰਗਾ ਵਕੀਲ ਕਰ ਲਿਆ, ਅੱਧਾ ਕੇਸ ਉਸੇ ਦਿਨ ਜਿੱਤ ਜਾਂਦਾ। ਤੇ ਮੈਂ ਕਹਿੰਦਾ ਕਿ ਜੇ ਉਹੋ ਜਿਹੇ ਬੰਦੇ ਨੂੰ ਇਨਸਾਫ ਨਹੀਂ ਮਿਲ ਰਿਹਾ, ਉਹੋ ਜਿਹਾ ਬੰਦਾ ਕਾਨੂੰਨ ਦੇ ਵਿੱਚ ਗੱਚਾ ਖਾ ਰਿਹਾ। ਇੱਕ ਮਿੰਟ ਸਰ, ਤੇ ਆਮ ਜਨਤਾ ਤਾਂ ਕਿਤੇ ਖੜਦੀ ਹੋਈ ਨਹੀਂ। ਅਸੀਂ ਤਾਂ ਕਾਲਾ ਕੋਟ ਦੇਖ ਕੇ ਤੇ ਪੁਲਿਸ ਦੀ ਵਰਦੀ ਦੇਖ ਕੇ ਹੀ ਡਰ ਜਾਂਦੇ। ਦੇਖੋ ਗੱਲ ਹੈ ਜੀ, ਮੈਂ ਢਾਂਡਾ ਸਾਹਿਬ ਦੇ ਜਿਹੜੇ ਤਾਂ ਉਹਨਾਂ ਦਾ ਸਟੈਂਡਿੰਗ ਹੈ, ਉਹਨਾਂ ਦੀ ਨੌਲੇਜ ਹੈ, ਉਸ ਵਿੱਚ ਤਾਂ ਕੋਈ ਡਾਊਟ ਨਹੀਂ ਹੈ। ਹੀ ਇਜ਼ ਵੈਰੀ ਹਾਰਡ ਵਰਕਰ ਔਰ ਅਪ ਟੂ ਡੇਟ ਨੌਲੇਜ ਰੱਖਦੇ ਆ, ਔਰ ਉਹਨਾਂ ਨੂੰ ਹਰ ਇੱਕ ਸਟੈਪ ਦਾ ਪਤਾ ਹੈ ਕਿ ਕਿਹੜੀ ਰੈਮਡੀ ਕਿਵੇਂ ਲਈ ਜਾ ਸਕਦੀ ਹੈ। ਉਹੀ ਤਾਂ ਕਹਿ ਰਿਹਾ, 2 ਸਾਲ 'ਚ ਉਹ ਨਹੀਂ ਉਹ ਬੰਦੇ ਨੂੰ ਅਰੈਸਟ ਕਰਾ ਪਾਏ। ਅਰੈਸਟ ਤਾਂ ਪੁਲਿਸ ਨੇ ਕਰਨਾ, ਅਰੈਸਟ ਨਹੀਂ, ਉਹ ਤਾਂ ਪੁਲਿਸ ਨੇ ਕਰਨਾ। ਜੇ ਪੁਲਿਸ ਨਹੀਂ ਕਰਦੀ ਤਾਂ ਮੈਂ ਢਾਂਡਾ ਸਾਹਿਬ ਨੂੰ ਐਡਵਾਈਸ ਕਰਾਂਗਾ ਕਿ ਉਹ ਡਿਸਟ੍ਰਿਕਟ ਮੈਜਿਸਟਰੇਟ ਨੂੰ ਅਪਰੋਚ ਕਰਨ ਔਰ ਇਲਾਕਾ ਮੈਜਿਸਟਰੇਟ ਨੂੰ ਅਪਰੋਚ ਕਰਨ, ਤੇ ਉਸ ਤੋਂ ਬਾਅਦ ਹਾਈ ਕੋਰਟ ਪਈ ਹੈ। ਤੇ ਇਹ ਇੱਕ ਚੈਨਲ ਬਣੇ ਨੇ, ਇਹਨਾਂ ਦੇ ਉੱਪਰ ਜਾ ਸਕਦੇ, ਇਹਨਾਂ ਨੂੰ ਆਪਾਂ ਅਪਰੋਚ ਕਰ ਸਕਦੇ ਹਾਂ। ਮੈਂ ਉਹੀ ਤੱਕ ਪੁੱਛਣਾ ਚਾਹ ਰਿਹਾ, 2 ਸਾਲ 'ਚ ਤਾਂ ਆਦਮੀ ਦਾ ਨਾ ਹੌਸਲਾ ਹੀ ਟੁੱਟ ਜਾਂਦਾ ਹੈ। ਜੇ ਆਪਾਂ ਗੱਲ ਕਰੀਏ, ਮਤਲਬ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਸਿਸਟਮ ਦੇ ਵਿੱਚ ਜਿਹੜਾ ਇਨੋਸੈਂਟ ਹੈ ਉਹ ਫਸ ਜਾਂਦਾ। ਉਹ ਤਾਂ ਛੋਟਾ ਜਿਹਾ ਕੁਝ ਕਰਦਾ ਨਾ, ਕੋਈ ਐਵੇਂ ਐਪਲੀਕੇਸ਼ਨ ਦੇ ਦਿੰਦਾ, ਉਹ ਵੀ ਵਿਚਾਰਾ ਡਰ ਕੇ ਉਹਨੂੰ ਪੁਲਿਸ 'ਚ ਬੁਲਾ ਲਿੱਤਾ ਜਾਂਦਾ ਹੈ ਜਾਂ ਕੁਝ ਕਰ ਦਿੱਤਾ ਜਾਂਦਾ ਹੈ। ਤੇ ਜਿਹੜੇ ਐਕਚੁਅਲ 'ਚ ਕਲਪਰੇਟ ਹੈ ਉਹ ਆਰਾਮ ਨਾਲ ਘੁੰਮਦੇ ਹੈਗੇ ਆ। ਮਤਲਬ ਇਹ ਸਿਸਟਮ ਕੀ ਹਮੇਸ਼ਾ ਇੱਦਾਂ ਹੀ ਰਹੇਗਾ? ਇਹਦੇ 'ਚ ਕੋਈ ਬਦਲਾਵ ਨਹੀਂ ਆਏਗਾ? ਬਦਲਾਵ ਨਹੀਂ ਹੈ। ਦੇਖੋ ਜੀ, ਸਾਡੀ ਜਿਨ੍ਹਾਂ ਨੇ ਕਾਨੂੰਨ ਬਣਾਇਆ, IPC, CRPC, ਐਵੀਡੈਂਸ ਐਕਟ ਹੈ, ਕਨਸਟੀਟਿਊਸ਼ਨ ਆਫ ਇੰਡੀਆ, ਉਹਨਾਂ ਨੇ ਹਰ ਐਸਪੈਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਰੈਮਡੀ ਅਵੇਲੇਬਲ ਕਰਾਈ ਹੈ ਜੀ। ਸੋ ਅਗਰ ਉਹ ਰੈਮਡੀ ਸਾਨੂੰ ਨਜ਼ਰ ਨਹੀਂ ਆਉਂਦੀ ਕਿ ਕਿਹੜਾ ਪ੍ਰੋਵੀਜ਼ਨ 'ਚ ਕਿਹੜੀ ਸਾਡੀ ਰੈਮਡੀ ਹੈ, ਤਾਂ ਉਹਦਾ ਫਾਲਟ ਕਿਹਦਾ ਹੈ? ਅਗਰ ਉਸ ਦਾ ਫਾਲਟ ਤਾਂ ਪਬਲਿਕ ਨੂੰ, ਕਿਉਂਕਿ ਪਬਲਿਕ ਤਾਂ ਹੈ ਹੀ ਨਹੀਂ, ਫਾਲਟ ਸਾਡਾ ਹੈ ਲਿਮਿਨਰੀ ਦਾ। ਅਸੀਂ ਲੋਕ ਰਿਸਪੌਂਸੀਬਲ। ਜੇ ਸਾਨੂੰ ਹੀ ਪਤਾ ਨਹੀਂ ਹੈ, ਅਸੀਂ ਉਸ ਚੀਜ਼ ਨੂੰ ਇਨਵੋਕ ਨਹੀਂ ਕਰਦੇ, ਉਹ ਰੈਮਡੀ ਲੈਂਦੇ ਹੀ ਨਹੀਂ ਆ, ਰੈਮਡੀ ਉਹਨੂੰ ਦਵਾਉਂਦੇ ਹੀ ਨਹੀਂ ਆ ਉਸ ਨੂੰ, ਵਿਕਟਮ ਨੂੰ, ਤਾਂ ਉਹ ਵਿਕਟਮ ਤਾਂ ਵਿਚਾਰਾ ਲੇਮੈਨ ਹੈ। ਸੋ ਇਹ ਸਾਡੀ ਰਿਸਪੌਂਸੀਬਿਲਟੀ ਮੀਡੀਆ ਦੀ ਔਰ ਲੀਗਲ ਲਿਮਿਨਰੀ ਦੀ ਹੈ ਕਿ ਪਬਲਿਕ ਨੂੰ ਵੇਕਨ ਕਰੋ ਔਰ ਪ੍ਰੋਵੀਜ਼ਨ ਦੱਸੋ ਟਾਈਮ ਟੂ ਟਾਈਮ। ਆਹ ਰੈਮਡੀਆਂ ਨੇ, ਦੇਖੋ ਪਬਲਿਕ ਕਿਵੇਂ ਨਹੀਂ ਉਹਨਾਂ ਨੂੰ ਪਤਾ ਲੱਗਦਾ, ਕਿਵੇਂ ਨਹੀਂ ਉਹ ਆਪਣਾ ਰਾਈਟਸ ਐਕਸਰਸਾਈਜ਼ ਕਰਦੇ। ਸਿਰਫ ਅਵੇਕਨਿੰਗ ਨਹੀਂ ਹੈ। ਸੋ ਤੁਸੀਂ ਸਾਡੀ ਇਸ 'ਚ ਮਦਦ ਕਰੋਗੇ ਪਬਲਿਕ ਨੂੰ ਅਵੇਅਰ ਕਰਨ? ਅਸੀਂ ਤਾਂ ਬਿਲਕੁਲ ਕਰਾਂਗੇ। ਅਸੀਂ ਤਾਂ ਪਬਲਿਕ ਵਾਸਤੇ ਆ। ਅਸੀਂ ਤਾਂ ਮੈਂ ਰਿਪਰੈਜ਼ੈਂਟਿੰਗ ਨਹੀਂ ਪਬਲਿਕ, ਮੈਂ ਕੋਈ MLA ਨਹੀਂ ਬਣਨਾ, ਨਾ ਕੋਈ ਵੋਟਾਂ ਲੈਣੀਆਂ, ਮਗਰ ਇਨ ਦੀ ਲਾਰਜਰ ਇੰਟਰਸਟ ਆਫ ਦਾ ਪਬਲਿਕ ਕੋਈ ਵੀ ਕਾਜ ਹੈ, ਆਈ ਐਮ ਰੈਡੀ ਓਕੇ ਟੂ ਪ੍ਰੋਵਾਈਡ ਸਰਵਿਸ। ਸੋ ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚ ਜੋ ਵੀ ਹੋਇਆ ਉਹ ਤੁਸੀਂ ਸਾਨੂੰ ਦੱਸਿਆ। ਜਨਤਾ ਨੂੰ ਕੀ ਕਹਿਣਾ ਚਾਹੋਗੇ? ਜਨਤਾ ਤੋਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਜੱਜ ਹੋ ਜੀ, ਤੁਸੀਂ ਜਜਮੈਂਟ
ਕਰਨੀ ਹੈ ਜੀ। ਕਿ ਕੌਣ ਰਾਈਟ ਪਾਥ ਤੇ ਜਾ ਰਿਹਾ, ਕੌਣ ਰੋਂਗ ਪਾਥ ਤੇ ਜਾ ਰਿਹਾ, ਕੌਣ ਸਾਨੂੰ ਸਹੀ ਲੀਡ ਕਰ ਸਕਦਾ, ਕੌਣ ਨਹੀਂ ਕਰ ਸਕਦਾ, ਕੌਣ ਸਾਡਾ ਗ੍ਰੀਵੈਂਸਸ ਨੂੰ ਰਿਡਰੈਸ ਕਰ ਸਕਦਾ ਕਿ ਨਹੀਂ ਕਰ ਸਕਦਾ, ਕੌਣ ਸਾਡਾ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ। ਇਹ ਜਨਤਾ ਨੇ ਸੋਚਣਾ ਹੈ। ਅਗਰ ਤੁਸੀਂ ਗਲਤ ਹੈਗਾ, ਇੱਕ ਡਰਾਈਵਰ ਹੈ ਉਹ ਕਹਿੰਦਾ ਮੈਂ ਡਰਾਈਵਿੰਗ ਜਾਣਦਾ, ਅਗਰ ਉਹ ਮਾਲਕ ਜਿਹੜੀ ਪੈਸੇਂਜਰ ਹੈ ਉਹਨੂੰ ਉਹ ਦੇਖਦੇ ਨਹੀਂ ਕਿ ਉਹ ਡਰਾਈਵਿੰਗ ਲਾਇਸੈਂਸ ਹੈ ਵੀ ਹੈ, ਬਿਲਕੁਲ ਠੀਕ ਹੈ, ਔਰ ਉਹ ਬੱਸ 'ਚ ਬਹਿ ਜਾਂਦੇ ਆ, ਉਹ ਬਾਅਦ 'ਚ ਪਤਾ ਲੱਗਦਾ ਇਹ ਤਾਂ ਕੰਡਕਟਰ ਸੀ ਜੀ। ਤੇ ਉਹ ਐਕਸੀਡੈਂਟ ਕਰ ਦਿੰਦਾ, ਤੇ ਕੌਣ ਜ਼ਿੰਮੇਵਾਰ ਹੋਇਆ? ਸਾਡਾ ਫਰਜ਼ ਹੈ ਕਿ ਅਸੀਂ ਜਿਸ ਚੀਜ਼ ਨੂੰ ਇਸਤੇਮਾਲ ਕਰਨਾ, ਜੋ ਕਰਨਾ, ਸਾਨੂੰ ਉਹਦੀ ਪੂਰੀ ਨੌਲੇਜ ਕਰ ਰਹੇ ਹਾਂ ਉਹਦੀ ਪਹਿਲੇ ਨੌਲੇਜ ਪ੍ਰੋਪਰ ਹੋਣੀ ਚਾਹੀਦੀ ਹੈ, ਪ੍ਰਾਇਮਰੀ ਨੌਲੇਜ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ। ਠੀਕ ਹੈ ਸਰ, ਥੈਂਕ ਯੂ ਸਰ। ਓਕੇ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਐਡਵੋਕੇਟ GB ਸਿੰਘ ਜੀ, ਜਿਨ੍ਹਾਂ ਨੇ ਸਾਨੂੰ MLA ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਤੋਂ ਲੈ ਕੇ ਰਿਹਾਈ ਤੱਕ ਜੋ ਵੀ ਐਪੀਸੋਡ ਹੋਇਆ ਉਹਦੇ ਤੇ ਆਪਣੀ ਐਕਸਪਰਟ ਦੀ ਓਪੀਨੀਅਨ ਦਿੱਤੀ। ਸੋ ਇਹਨਾਂ ਨੇ ਬੜਾ ਖੁੱਲ੍ਹ ਕੇ ਵਿਦ ਲਾਅ 'ਚ ਕੀ ਪ੍ਰੋਵੀਜ਼ਨ ਹੈ ਉਹ ਸਾਰੀਆਂ ਚੀਜ਼ਾਂ ਦੱਸੀਆਂ, ਔਰ ਇਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਕਿਤੇ ਨਾ ਕਿਤੇ ਬਦਕਿਸਮਤੀ ਹੈਗੀ ਹੈ ਕਿ ਅਸੀਂ ਜਨਤਾ ਜਨਾਰਦਨ ਜਿਹੜੀ ਹੈਗੀ ਹੈ ਉਹਨਾਂ ਨੂੰ ਜਾਗਣਾ ਚਾਹੀਦਾ ਹੈ, ਉਹਨਾਂ ਨੂੰ ਸਜਗ ਹੋਣਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਰਿਪਰੈਜ਼ੈਂਟੇਟਿਵ ਚੁਣਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਕਿਸੇ ਦੇ ਇੰਪ੍ਰੈਸ਼ਨ 'ਚ ਆ ਕੇ ਵੋਟ ਕਾਸਟ ਕਰੋ। ਸੋ 20 ਤਰੀਕ ਨੂੰ ਤੁਹਾਡੀ ਵੋਟ ਕਾਸਟ ਕਰਨ ਦਾ ਇੱਕ ਵਾਰੀ ਫਿਰ ਤੁਹਾਨੂੰ ਮੌਕਾ ਮਿਲ ਰਿਹਾ ਹੈ। ਸੋ ਸਾਡੀ ਵੀ ਇਹੀ ਐਜ਼ ਏ ਜਨਹਿਤੈਸ਼ੀ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਕਿਸੇ ਰਿਸ਼ਤੇਦਾਰ ਨੂੰ ਨਹੀਂ ਬਲਕਿ ਉਸ ਇਨਸਾਨ ਨੂੰ ਵੋਟ ਕਾਸਟ ਕਰੋ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਸਾਡੀ ਸੁਸਾਇਟੀ 'ਚ ਸੁਧਾਰ ਲਿਆ ਸਕਦਾ ਹੈ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ।